हाँ जी, स्पीच आ गई स्पीच। किनकी आई स्पीच? गुरप्रीत गुग्गी। हाँ जी, और जब से किसान आंदोलन शुरू हुआ है, वो एक्टिव है वे वहाँ बहुत पे। एक्टिव हैं। और पहले उन्होंने काफ़ी टेंट भी लगाए वहाँ पे, और काफ़ी सारे उनके इंटरव्यू भी हुए हैं, हम्म, स्पीचेस भी हैं। वो तो प्रॉपर सेवा कर रहे हाँ, हैं वहाँ पे बहुत जाके, बहुत ज़्यादा वॉलंटियर बने काम हुए है हैं वो, उनका। प्रॉपर इनके साथ दे रहे हैं। हुँ, तो नहीं नहीं, उनकी आ गई है स्पीच, सिंगू बार्डर से। देखते हैं। चेक करें। हुँ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਚੀਜ਼ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ, ਮਨ ਨੂੰ ਸਕੂਨ ਮਿਲ ਰਿਹਾ ਹੈ ਕਿ ਇਹਨਾਂ ਜਥੇਬੰਦੀਆਂ ਦੇ ਆਗੂ, ਸਾਡੇ ਬਜ਼ੁਰਗ, ਉਹਨਾਂ ਨੇ ਪੰਜਾਬ ਤੋਂ ਇੰਨਾ ਕੁ ਸੰਘਰਸ਼ ਸ਼ੁਰੂ ਕੀਤਾ ਸੀ। ਅੱਜ ਉਹਨਾਂ ਦਾ ਅੰਦੋਲਨ, ਉਹਨਾਂ ਦਾ ਸੰਘਰਸ਼ ਜਿੰਨਾ ਤੁਸੀਂ ਵੱਡਾ ਕਰਤਾ, ਮੈਂ ਸਮਝ ਸਕਦਾ ਕਿ ਉਹਨਾਂ ਦੀ ਆਤਮਾ ਨੂੰ ਅੱਜ ਉਹਨਾਂ ਸਕੂਨ ਮਿਲ ਰਿਹਾ ਹੋਏਗਾ, ਸਾਡੇ ਆਗੂਆਂ ਨੂੰ, ਬਜ਼ੁਰਗਾਂ ਨੂੰ, ਜਿਵੇਂ ਕੋਈ ਪਿਓ ਆਪਣੇ ਪੁੱਤ ਨੂੰ ਜਵਾਨ ਹੁੰਦਿਆਂ ਵੇਖਦਾ। ਇਹਨਾਂ ਨੇ ਅੰਦੋਲਨ ਨੂੰ ਜਵਾਨ वाह! ਹੁੰਦਿਆਂ ਦੇਖਿਆ, ਇਹਨਾਂ ਨੇ ਸੰਘਰਸ਼ ਨੂੰ वाह, ਜਵਾਨ वाह! ਹੁੰਦਿਆਂ ਦੇਖਿਆ। अच्छी बात है। ਤੁਸੀਂ ਕ੍ਰਾਂਤੀਕਾਰੀ ਹੋ, ਤੁਸੀਂ ਅੰਦੋਲਨਕਾਰੀ ਹੋ। शांतिकारी। ਤੁਹਾਡਾ ਇਤਿਹਾਸ ਗਵਾਹ ਬਣੇਗਾ। ਤੁਹਾਡੀਆਂ ਨਸਲਾਂ, ਤੁਹਾਡੀਆਂ ਪੁਸ਼ਤਾਂ ਆਪਣੇ ਬੱਚਿਆਂ ਨੂੰ ਮਾਣ ਨਾਲ ਦੱਸਿਆ ਕਰਨਗੀਆਂ ਭਈ ਸਾਡੀ ਬੇਬੇ ਵੀ ਅੰਦੋਲਨ 'ਚ ਜਾ ਕੇ ਬੈਠੀ ਸੀ। ਬੇਬੇ ਨਿਹਾਲ ਕੌਰ ਦਾ ਜ਼ਿਕਰ ਵੀ ਹੋਣਾ, ਬੇਬੇ ਪ੍ਰਕਾਸ਼ ਕੌਰ ਦਾ ਵੀ ਜ਼ਿਕਰ ਹੋਣਾ, ਬੀਬੇ ਸਾਡੀ ਬੇਬੇ ਧੰਨ ਕੌਰ ਦਾ ਵੀ ਜ਼ਿਕਰ ਹੋਣਾ, ਸਾਡੀ ਹਰਿਆਣੇ ਤੋਂ ਆਈ ਕੁਸ਼ਲਿਆ ਦੇਵੀ ਦਾ ਵੀ ਜ਼ਿਕਰ ਹੋਣਾ। ਕੋਈ ਬੀਬੀ, ਮਾਈ, ਭਾਈ, ਬੱਚੇ, ਬਜ਼ੁਰਗ ਜਿਨ੍ਹਾਂ ਨੇ ਇੱਥੇ ਹਾਜ਼ਰੀ ਲਵਾਈ ਹੈ, ਇਤਿਹਾਸ 'ਚ ਵੀ ਤੇ ਧੁਰ ਦਰਗਾਹੇ ਵੀ ਤੁਹਾਡੀ ਹਾਜ਼ਰੀ ਲੱਗ ਰਹੀ ਹੈ। ਯਾਦ ਰੱਖਿਓ, ਪਰਮਾਤਮਾ ਸਭ ਦੇਖਦਾ ਹੈ, ਤੁਹਾਡੀਆਂ ਹਾਜ਼ਰੀਆਂ ਉੱਥੇ ਲੱਗ ਰਹੀਆਂ ਨੇ। ठीक बात। ਤੁਸੀਂ ਅੰਦੋਲਨਕਾਰੀ, ਤੁਸੀਂ ਕ੍ਰਾਂਤੀਕਾਰੀ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਨਵਾਂ ਹੀ ਨਾਮ ਦੇ ਦਿੱਤਾ ਕੱਲ, ਅੰਦੋਲਨ ਜੀਵੀ। ਇਹ ਪਤਾ ਨਹੀਂ ਕਿਹੜੀ ਡਿਕਸ਼ਨਰੀ ਚੋਂ ਕੱਢਿਆ, ਆਪਾਂ ਤਾਂ ਮੇਰੇ ਨਾਲ ਸੁਣਿਆ ਨਾ ਦੇਖਿਆ। ਪਰ ਮੈਂ ਇੱਕ ਗੱਲ ਅੱਜ ਮਾਣ ਨਾਲ ਕਵਾਂਗਾ ਕਿ ਸਰਕਾਰ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ, जीवी का मतलब ਤੁਹਾਡੇ क्या ਕੋਲ हुआ? ਤੁਹਾਡੇ ਆਪਣੇ ਨਿਊਜ਼ ਚੈਨਲ ਨੇ, ਤੁਹਾਡੇ ਕੋਲ ਤੁਹਾਡੇ ਚਾਪਲੂਸ ਨੇ, ਤੁਹਾਡੇ ਕੋਲ ਤੁਹਾਡਾ ਆਪਣਾ ਟੀਵੀ ਹੈ, ਪਰ ਜਿੱਤਣਾ ਉਹਨਾਂ ਨੇ ਜਿਨ੍ਹਾਂ ਕੋਲ 20 ਲੱਖ ਅੰਦੋਲਨ वाह! ਜੀਵੀ ਹੈ। वाह, वाह! जीवी जनता शायद, हाँ, या शायद। फिर ਸੋ ਗੱਲ ਇਹ ਹੈ ਜੀ ਕਿ ਤੁਸੀਂ ਜੋ ਜ਼ਾਬਤਾ, ਜੋ ਸਬਰ, ਜੋ ਸੰਤੋਖ ਤੁਸੀਂ ਦਿਖਾਇਆ, ਜ਼ਿੰਦਗੀ ਵਿੱਚ ਇਹ ਜੀਵੀ ਵਿਸ਼ਵ ਦੇ ਜੀਵਨ ਵਿੱਚ ਮਿਸਾਲ ਬਣ ਗਈ ਹੈ। ये कहते नहीं कि और इसका ਤੁਹਾਡੇ आधे ਸਬਰ कितने ਦਾ जी हैं, ਇਮਤਿਹਾਨ ਪਲ ਪਲ ਲਿਆ इस तरह ਜਾਏਗਾ। इस हिसाब ਤੁਹਾਡਾ से ਸਬਰ कि ਤੋੜਨ कितने ਦੀ लोग हैं, ਕੋਸ਼ਿਸ਼ कितने ਕੀਤੀ प्रांत हैं। ਜਾਏਗੀ, ਤੁਹਾਨੂੰ ਬਖੇਰਨ ਦੀ, ਨਖੇੜਨ ਦੀ ਕੋਸ਼ਿਸ਼ ਕੀਤੀ ਜਾਏਗੀ, ਧਰਮ ਦੇ, ਜ਼ਾਤ ਦੇ, ਪ੍ਰਾਂਤ ਦੇ ਨਾਂ ਤੇ ਤੁਹਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਏਗੀ। ਉਹ ਸਾਰੀਆਂ ਕੋਸ਼ਿਸ਼ਾਂ ਤੁਸੀਂ ਅੱਜ ਤੱਕ ਫੇਲ ਕੀਤੀਆਂ ਤੇ ਅੱਗੋਂ ਵੀ ਫੇਲ ਕਰਦੇ ਰਹਿਣਾ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ। ठीक बात। ਇਹ ਕੋਸ਼ਿਸ਼ ਅਸੀਂ ਇਹਨਾਂ ਦੀ ਕੋਈ ਕਾਮਯਾਬ ਨਹੀਂ ਹੋਣ ਦੇਣੀ। ਔਰ ਇੱਕ ਗੱਲ ਮੈਂ ਹਕੂਮਤ ਨੂੰ ਵੀ ਯਾਦ ਕਰਾਉਣਾ ਚਾਹੁੰਦਾ ਕਿ ਤੁਸੀਂ ਅੱਜ ਕਿਸਾਨ ਨੂੰ ਮਿੱਟੀ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਸੋਚਦੇ ਹੋ ਕਿ ਕਿਸਾਨ ਨੂੰ ਮਿੱਟੀ 'ਚ ਮਿਲਾ ਦੇਾਂਗੇ ਤਾਂ ਖਤਮ ਹੋ ਜਾਏਗਾ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕਿਸਾਨ ਹੈ, ਇਹਨਾਂ ਤੋਂ ਨਸੀਹਤ ਲਓ ਕਿ ਇੱਕ ਬੀਜ ਨੂੰ ਮਿੱਟੀ 'ਚ ਮਿਲਾਉਂਦਾ ਤੇ ਐਡਾ ਬੂਟਾ ਬਣ ਕੇ ਬਾਹਰ ਆਉਂਦਾ। ਤੁਸੀਂ ਕਿਸਾਨ ਨੂੰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕਰਦੇ ਹੋ, ਦੇਖੋ ਕਿੱਡੇ ਕਿੱਡੇ ਰੁੱਖ ਬਣ ਕੇ ਬਾਹਰ ਆਉਣਗੇ। ਫਿਰ बहुत खूब। ਇਹ ਮਿੱਟੀ 'ਚ ਨਹੀਂ ਮਿਲਾ ਰਹੇ, ਇਹ ਸਾਨੂੰ ਤੁਸੀਂ ਬੀਜ ਰਹੇ ਹੋ। ਇਹ ਸੰਘਰਸ਼ ਬੀਜੇ ਜਾਣਗੇ, ਹਮੇਸ਼ਾ ਇਹ ਸੰਘਰਸ਼ ਆਪਣੇ ਹੱਕ ਦੀ ਆਵਾਜ਼ ਬਣ ਕੇ ਸਾਡੀ ਧਰਤੀ ਤੇ ਉੱਗਦੇ ਰਹਿਣਗੇ, ਉੱਠਦੇ ਰਹਿਣਗੇ, ਛਾਂ ਕਰਦੇ ਰਹਿਣਗੇ ਆਉਣ ਵਾਲੀਆਂ ਨਸਲਾਂ ਨੂੰ। ਸੋ ਹਾਲਾਤ ਇਹ ਬਣ ਗਏ, ਇਹਨਾਂ ਨੇ ਹਰ ਹੀਲਾ ਵਰਤ ਕੇ ਦੇਖ ਲਿਆ, ਤੁਹਾਡੇ ਅੰਦੋਲਨ ਬਦਨਾਮ ਵੀ ਕਰਕੇ ਦੇਖ ਲਏ, ਝੂਠ ਵੀ ਬੋਲ ਕੇ ਦੇਖ ਲਏ, ਪੋਸਟਰ ਵੀ ਕੱਢ ਕੇ ਦੇਖ ਲਏ ਜਿਹਦੇ ਤੇ ਇੱਕ ਬੜੇ ਸੋਹਣੇ ਕਿਸਾਨ ਮੁੰਡੇ ਦੀ ਫੋਟੋ ਸੀ, ਜਿਹੜਾ ਸਰਕਾਰ ਦੀ ਤਾਰੀਫ ਕਰ ਰਿਹਾ ਸੀ ਕਿ ਮੈਂ ਤਾਂ ਬੜਾ ਖੁਸ਼ਹਾਲ ਕਿਸਾਨ ਹੂੰ। ਉਹ ਤੀਜੇ ਦਿਨ ਪਤਾ ਲੱਗਾ ਵਿਚਾਰਾ ਇੱਥੇ ਹੀ ਬੈਠਾ ਸੀ ਥੱਲੇ ਕਿਤੇ, ਉਹ ਤੇ ਆਪ ਪਿੱਟ ਸਿਆਪਾ ਕਰਦਾ ਪਿਆ ਸੀ ਸਰਕਾਰ ਦਾ। ਮੈਨੂੰ ਕਿਸੇ ਨੇ ਕਿਹਾ ਵੀ ਇਹ ਕਿਸਾਨ ਦੀ ਫੋਟੋ ਕਿੱਦਾਂ ਲਾ ਸਕਦੇ ਨੇ ਪੋਸਟਰ ਤੇ, ਨਾ ਕਿਉਂ ਲਾਈ? ਮੈਂ ਕਿਹਾ ਜਦੋਂ ਕਿਸੇ ਮੀਟ ਦੀ ਦੁਕਾਨ ਤੇ ਜਾਂਦੇ ਹੋ ਨਾ, ਉੱਥੇ ਬਾਹਰ ਫੋਟੋ ਕਿਹਦੀ ਲੱਗੀ ਹੁੰਦੀ ਹੈ? ਮੈਂ ਕਹਿੰਦਾ ਬੱਕਰੇ ਦੀ, ਮੁਰਗੇ ਦੀ। ਮੈਂ ਕਿਹਾ ਜਿਹਨੂੰ ਇਹਨਾਂ ਨੇ ਹਲਾਲ ਕਰਨਾ ਤੇ ਜਿਹਨੂੰ ਝਟਕਾਉਣਾ ਹੁੰਦਾ ਨਾ, ਉਹਦੀ ਦੁਕਾਨ ਤੇ ਫੋਟੋ ਲਾਈ ਹੁੰਦੀ ਹੈ। ਇਹਨਾਂ ਨੇ ਪੋਸਟਰ ਤੇ ਫੋਟੋ ਵੀ ਤਾਂ ਹੀ ਲਾਈ ਸੀ, ਕਿਸਾਨ ਹੀ ਝਟਕਾਉਣਾ।
ਸੋ ਇਹਨਾਂ ਦੀਆਂ ਕੋਸ਼ਿਸ਼ਾਂ, ਲਾਸਟ ਕੋਸ਼ਿਸ਼ ਤੁਹਾਡੇ ਤੇ ਪਥਰਾਓ ਵੀ ਕਰਕੇ ਦੇਖ ਲਏ, ਤੁਹਾਨੂੰ ਬਦਨਾਮ ਵੀ ਕਰਕੇ ਦੇਖ ਲਿਆ, ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਕੇ ਦੇਖ ਲਈ, ਤੁਸੀਂ ਕੋਈ ਕੋਸ਼ਿਸ਼ ਇਹਨਾਂ ਦੀ ਕਾਮਯਾਬ ਨਹੀਂ ਹੋਣ ਦਿੱਤੀ। ਇਹਨਾਂ ਨੇ ਹਰਿਆਣੇ ਦੇ ਵਿੱਚ ਐਲਾਨ ਕੀਤਾ ਕਿ ਪਤਾ ਨਹੀਂ ਕਿੰਨੀਆਂ 600-700 ਰੈਲੀਆਂ ਕਰਾਂਗੇ, ਕਿਸਾਨ ਇਕੱਠਾ ਹੋਏਗਾ ਜਿਹੜਾ ਬਿੱਲਾਂ ਦੇ ਹੱਕ ਵਿੱਚ ਹੈ। ਪਹਿਲੀ ਰੈਲੀ ਦੇ ਵਿੱਚ ਹੀ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਕਿਤੇ ਉੱਤੇ ਹੀ ਰੈਲੀ ਕਰਕੇ ਮੁੜ ਕੇ ਥੱਲੇ ਨਹੀਂ ਹੋਈ। ਅੱਛਾ, ਉੱਥੇ ਬਾਅਦ ਚ ਉਹਨਾਂ ਸੋਚਿਆ ਵੀ ਰੈਲੀਆਂ ਕਰੀਏ, ਫੋਨ ਕਰਦੇ ਸੀ, ਹਾਂਜੀ ਕੱਲ ਵਾਲੀ ਰੈਲੀ का क्या बना जो कल हो रही है। फोन आते सी, कहते सर टेंट का इंतजाम हो गया है, स्टेज का भी इंतजाम हो गया है, चाह पानी कॉफी का भी इंतजाम हो गया है। कहते फिर कहते पर किसानां का इंतजाम नहीं होया, वो कित्थों आउणे ने। ठीक बात। सो रैली तो तां करोगे जे किसान आके कोई सामने बैठेगा, दिहाड़ीदार किन्ने बिठा लोगे सामने। ये तो उन्हें जेड़े जेबां चों खर्च करते पे ने, जिन्हां ने घर वेचते थे, वो भी लोग बैठे ने, गड्डियां वेचतियां, प्लाट वेचते, पता नहीं की अपना सरमाया वेच के इत्थे आके बह गए, लंगर लाए हुए ने लोकां ने। इन्हां नूं की कोई खरीद लेगा। ये रेट लाउंदे ने। साडी एक माता बारे कंगना ने, जिसने कहा 100 दिहाड़ी पे एक माता बारे ने कहता कि वो बीबियां जड़ियां 500 रुपए च आउंदियां, ਜਦੋਂ ਰਿਹਾਨਾ ਨੇ ਟਵੀਟ ਕਰਤਾ ਉਦੋਂ ਕਹਿੰਦੀ ਇਸਨੇ ਕਰੋੜਾਂ ਰੁਪਏ लिए हैं। ਭਈ ਤੂੰ ਰੇਟ ਤੈਅ ਕਰਦੀ ਹੈ ਸਾਰਿਆਂ ਦਾ, ਕੌਣ ਕਿੰਨੇ ਪੈਸੇ ਲੈਂਦਾ। ਕਮਾਲ ਦੀ ਗੱਲ ਹੈ। ਪਰ ਅੱਜ ਅਸੀਂ ਇਹ ਦੱਸਣ ਵਾਸਤੇ ਇੱਥੇ ਆਏ ਆ, ਬਹੁਤ ਜਲਦੀ ਗੱਲ ਨੂੰ ਖਤਮ ਕਰਾਂਗਾ ਕਿਉਂਕਿ ਬਹੁਤ ਸਾਰੇ ਬੁਲਾਰੇ ਨੇ। ਅਸੀਂ ਸਿਰਫ ਇਹ ਦੱਸਣ ਵਾਸਤੇ ਆਏ ਆ ਕਿ ਜੇ 4 ਲੋਕ ਬਾਲੀਵੁੱਡ ਦੇ, ਸਾਡੇ ਕਿਸਾਨਾਂ ਦੇ, ਸਾਡੇ ਆਗੂਆਂ ਦੇ, ਸਾਡੇ ਬਜ਼ੁਰਗਾਂ ਦੇ, ਸਾਡੇ ਅੰਦੋਲਨ ਦੇ ਸੰਘਰਸ਼ ਦੇ ਖਿਲਾਫ ਖੜੇ ਹੋਏ ਨਾ, ਅੱਜ 40 ਕਲਾਕਾਰ ਬੱਸ ਭਰ ਕੇ ਆਏ ਨੇ ਤੁਹਾਡੇ ਵਾਸਤੇ। ਆ 40 ਕਲਾਕਾਰ ਬੈਠੇ ਤੁਹਾਡੀ ਆਪਣੀ ਇੰਡਸਟਰੀ ਦੇ, ਪੰਜਾਬੀ ਇੰਡਸਟਰੀ 4 ਦਾ ਜਵਾਬ 40 ਨਾਲ ਦੇਣ ਆਏ ਆ। परमात्मा करे अंदोलन कल साडा असी जित के खत्म करके घरां नूं मुड़ जाइए, अगे ना चलाउणा पवे। पर जे अंदोलन चलिया, यकीन करियो अज 40 आए हैं छोटे जे नोटिस ते, अगली बारी 400 भी आके इत्थे बैठांगे तुहाडे नाल। सो सिर्फ इन्नियां क बेनतियां करनियां सी कि अपने जज़ब ते, अपने ज़ाब्ते ते कायम रहो, आवाम तक गल अपनी पहुंचाते रहो, अपने आगुआं दा अदब करो, जो कहंदे ने सिर्फ वो मनो। मेरे वर्गे बहुत कुछ कहणगे स्टेज ते आके, बड़े बुलारे आउणगे, आपो अपनी राय दे के जाणगे, पर कदे किसी दी राय तो प्रभावित नहीं होना, अपनी राय जरूर बनाउणी है। तुहाडी राय ओदी राय नाल मिलदी होवे तां गल होर है। मैं इत्थे कोट करना चाहांगा शहीद भगत सिंह हुणां नूं। उन्हां दी मैं जिंदगी च पहली जदों किताब पढ़ी, मैं 17 साल दा सी, उन्हां दी किताब मैं पढ़ी, बड़ी अच्छी विचारधारा लगी, पर लास्ट लाइन जदों लास्ट पैरा पढ़िया उन्हां दा, मैं उस किताब नूं 100 वारी चुम के नमस्कार कीता। उन्हां ने एंड ते लिखिया सी कि जो मेरी विचारधारा सी मैं इस किताब च लिखी है, पर कहंदे मैं नौजवानों नूं बेनती करदा कि मेरी किताब पढ़ के मेरी विचारधारा अडॉप्ट करन दी बजाए, जे तुहानूं रब ने दिमाग दिता अपनी विचारधारा जरूर बनाओ, अपने दिमाग नाल जरूर सोचो। सो तुसी विचारधारा दे मगर तुरे होए हो, तुहाडी विचारधारा सामने बैठी है, ये तुहाडे दिमाग दी सोच है जिन्हां नूं तुसी 6 महीने तो फॉलो कर रहे हो। अज कोई आके अपने विचार प्रगट करदा, उहदे जज्बात कीमती हो सकते ने, उहदे इमोशंस हो सकते ने, ਉਹਦੀ ਭਾਵਨਾ ਸੱਚੀ ਹੋ ਸਕਦੀ ਹੈ, ਪਰ ਡਗਰ ਤੇ ਕਿਵੇਂ ਚੱਲਣਾ ਹੈ, ਰਸਤੇ ਤੇ ਕਿਵੇਂ ਚੱਲਣਾ ਹੈ, ਆਪਣਾ ਪਥ ਕਿਵੇਂ ਨਹੀਂ ਛੱਡਣਾ, ਸੀ ਕਿਵੇਂ ਸੱਚੇ ਮਾਰਗ ਤੇ ਚੱਲਦੇ ਆ। ਉਸਤਤ ਕਰੇ ਜਹਾਨ ਵਾਲੇ ਉਸ ਮਹਾ ਕਥਨ ਨੂੰ, ਮਹਾਵਾਕ ਨੂੰ ਸੱਚ ਕਰਨਾ, ਉਹ ਮਾਰਗ ਜੋ ਤੁਹਾਡੇ ਵੱਡੇ ਦੱਸਣਗੇ, ਤੁਹਾਡੇ ਲੀਡਰ ਦੱਸਣਗੇ, ਸਿਰਫ ਤੇ ਸਿਰਫ ਉਹ ਫੋਲੋ ਕਰੋ। ਲੀਡਰਾਂ 'ਚ ਤਾਕਤ ਕਿੰਨੀ ਹੁੰਦੀ ਹੈ, ਇਹ ਟਿਕੈਤ ਸਾਹਿਬ ਨੇ 2 ਘੰਟਿਆਂ 'ਚ ਸਾਬਤ ਕਰਤਾ ਸੀ ਪੂਰੇ ਸੰਸਾਰ ਨੂੰ। ਜਿੱਦਣ ਇਹਨਾਂ ਨੂੰ ਲੱਗਾ ਸੀ ਜਿੱਦਣ ਇਹਨਾਂ ਨੂੰ ਲੱਗਾ ਸੀ ਕਿ ਅੱਜ ਅਸੀਂ ਗਾਜ਼ੀਪੁਰ ਦੇ ਤੰਬੂ ਇਕੱਠੇ ਕਰਕੇ ਅਗਲੇ ਤੰਬੂ ਸਿੰਘੂ ਬਾਰਡਰ ਦੇ ਇਕੱਠੇ ਕਰਾਂਗੇ ਤੇ ਅਗਲੇ ਤੰਬੂ ਅਸੀਂ ਟੀਕਰੀ ਦੇ ਇਕੱਠੇ ਕਰਕੇ ਵਲੇਟ ਕੇ ਟਰਾਲੀਆਂ 'ਚ ਲੱਦ ਕੇ ਭੇਜ ਦੇਾਂਗੇ, ਹੜ ਆ ਗਿਆ ਸੀ ਉੱਥੇ 2 ਘੰਟੇ 'ਚ ਨੇਰ ਲਿਆਂਦਾ ਸੀ ਜਰਨੈਲ ਨੇ, ਟਕੈਤ ਸਾਹਿਬ ਨੇ। ਉਹਨਾਂ ਦੇ
ਉਹਨਾਂ ਅਥਰੂਆਂ ਦੀ ਤੁਸੀਂ ਜੋ ਕੀਮਤ ਪਾਈ, ਉਹਨਾਂ ਦੇ ਹੰਝੂਆਂ ਦੀ, ਉਹਨੂੰ ਅੱਜ ਸਾਰਾ ਸੰਸਾਰ ਜਾਣਦਾ ਹੈ। ਮੈਨੂੰ ਪੰਜਾਬੀ ਦੀਆਂ 2 ਲਾਈਨਾਂ ਯਾਦ ਆ ਗਈਆਂ ਕਿ ਉਹ ਤਾਂ ਤੈਰ ਜਾਂਦਾ ਸੀ ਵੱਡੇ ਵੱਡੇ ਦਰਿਆ। ਤੁਹਾਡੇ ਬਾਰੇ ਹੀ ਗੱਲ ਹੋ ਰਹੀ ਹੈ, ਤੁਸੀਂ ਨਹੀਂ ਪਰਵਾਹ ਕਰਦੇ ਉਦਾਂ ਕਿਸੇ ਦੀ। ਉਹ ਤਾਂ ਤੈਰ ਜਾਂਦਾ ਸੀ ਵੱਡੇ ਵੱਡੇ ਦਰਿਆ, ਸੁਣਿਆ ਕੱਲ ਕਿਸੇ ਦੇ 2 ਅਥਰੂਆਂ 'ਚ ਡੁੱਬ ਮਰਿਆ। ਉਹ 2 ਅਥਰੂਆਂ 'ਚ ਹੀ ਡੁੱਬ ਗਏ ਲੋਕ। ਸਤਿ ਸ੍ਰੀ ਅਕਾਲ। ਸੋ ਮੈਂ ਆਪਣੀ ਗੱਲ ਨੂੰ ਵਿਰਾਮ ਦਿਆਂਗਾ, ਇਹੋ ਗੱਲ ਕਹਿ ਕੇ ਹਕੂਮਤ ਨੂੰ ਬੇਨਤੀ ਕਰਦਾ, ਅਸੀਂ ਕੋਈ ਅੜਬਾਈ ਨਹੀਂ ਦਿਖਾ ਰਹੇ, ਅਸੀਂ ਕੋਈ ਆਕੜਾ ਨਹੀਂ ਦਿਖਾ ਰਹੇ। ਸਾਡੀ ਅਣਖ ਆਪਣੀ ਥਾਂ ਤੇ ਹੈ, ਸਾਡੀ ਹੰਬਲਨੈਸ ਆਪਣੀ ਥਾਂ ਤੇ ਹੈ। ਹੱਥ ਜੋੜ ਕੇ ਗੁਜ਼ਾਰਿਸ਼ ਕਰਦੇ ਆ, ਕਿਸੇ ਦਾ ਲੜਨ ਦਾ ਕੋਈ ਮੂਡ ਨਹੀਂ, ਕੋਈ ਇੱਥੇ ਧੱਕਾ ਕਰਨ ਨਹੀਂ ਆਇਆ, ਹੱਕ ਮੰਗਣ ਆਏ ਆ। ਮੰਗਿਆ ਮਿਲ ਜਾਣਗੇ ਠੀਕ ਹੈ, ਨਹੀਂ ਤਾਂ ਸਾਡਾ ਇੱਕ ਨਾਰਾ ਹੁੰਦਾ ਕਿ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਹੱਕ ਤਾਂ ਮਿਲ ਜਾਣਗੇ, ਪਰ ਬੇਨਤੀ ਹੈ ਇੱਜ਼ਤ ਨਾਲ, ਇਹਤਰਾਮ ਦੇ ਨਾਲ, ਪਿਆਰ ਨਾਲ, ਮੁਹੱਬਤ ਨਾਲ ਗੱਲ ਵਕੜੀ 'ਚ ਲੈ ਕੇ ਕਿਸਾਨ ਨੂੰ ਉਹਦੇ ਹੱਕ ਦੇ ਦਿਓ। ਉਹ ਪਿਆਰ ਸ਼ਾਂਤੀ ਨਾਲ ਆਪਣੇ ਘਰ ਮੁੜ ਜਾਏਗਾ। ਇਹ ਕਾਲੇ ਕਾਨੂੰਨ ਤੁਸੀਂ ਵਾਪਸ ਲੈ ਲਓ, ਕਿਸਾਨ ਆਪਣੇ ਘਰਾਂ ਨੂੰ ਵਾਪਸ ਚਲਾ ਜਾਏਗਾ। ਕਿਉਂਕਿ ਹਕੂਮਤ ਨੂੰ ਮੈਂ ਇੱਕੋ ਗੱਲ ਲਾਸਟ ਤੇ ਕਹਿਣਾ ਚਾਹਾਂਗਾ ਕਿ ਤੁझ से पहले जो यहां तख्त नशी था, तुझसे पहले जो यहां तख्त नशी था, उसे भी अपने खुदा होने का इतना ही यकीन था। ਉਹਨੂੰ ਵੀ ਲੱਗਦਾ ਸੀ ਮੈਂ ਹੀ ਖੁਦਾ ਵਾਂ, ਪਰ ਖੁਦਾ ਉੱਪਰ ਬੈਠਾ ਹੈ। ਖੁਦਾਵੰਦ ਕਰੀਮ ਆਪੇ ਹੀ ਫੈਸਲੇ ਕਰਦਾ ਹੈ। ਪਰ ਬੇਨਤੀ ਹੈ, ਤੁਸੀਂ ਬੜੇ ਸੋਹਣੇ ਪੋਸਟਰ ਬੈਨਰ ਲਾਉਂਦੇ ਹੋ, ਇੱਕ ਰਿਕੁਐਸਟ ਹੈ, ਇਹ ਹਿੰਦੀ 'ਚ ਵੀ ਜ਼ਰੂਰ ਲਾਇਆ ਕਰੋ, ਇੰਗਲਿਸ਼ 'ਚ ਵੀ ਲਾਇਆ ਕਰੋ। ਅੱਜ ਤੁਹਾਨੂੰ ਪੂਰਾ ਇੰਡੀਆ, ਅੱਜ ਤੁਹਾਨੂੰ ਪੂਰਾ ਸੰਸਾਰ ਪੜ੍ਹਨਾ ਚਾਹੁੰਦਾ ਕਿ ਤੁਸੀਂ ਇੱਥੇ ਕੀ ਲਿਖ ਕੇ ਲਾਇਆ। ਮੇਰੀ ਬੇਨਤੀ ਹੈ, ਪੰਜਾਬੀ ਭਾਸ਼ਾ ਸਾਡੇ ਤੱਕ ਸੀਮਿਤ ਰਹਿ ਜਾਂਦੀ ਹੈ। ਸਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਅਸੀਂ ਕੌਣ ਹੈ, ਕਿ ਇਸ ਹੱਕ ਲਈ ਖੜੇ ਆ। ਇਹਨਾਂ ਨੂੰ ਅੰਗਰੇਜ਼ੀ ਵਿੱਚ ਵੀ ਲਾਓ, ਹਿੰਦੀ 'ਚ ਵੀ ਲਾਓ, ਸਾਰਾ ਇੰਡੀਆ ਤੁਹਾਨੂੰ ਪੜ੍ਹੇ, ਸਾਰਾ संसार पढ़े। वाहिगुरु जी का खालसा, वाहिगुरु जी की। बहुत खूबसूरत बातें की इन्होंने। और जो शेर पढ़ा है वो हबीब जालब का शेर है, और मैंने उनकी ज़ुबानी खुद सुना हुआ है, हिंदी वाला हबीब जालब की। वो है कि तुमसे पहले वो जो एक शख्स यहाँ तख्त नशीं था, तुमसे पहले वो जो एक शख्स यहाँ तख्त नशीं था, उसको भी खुदा होने पे इतना ही यकीन था। तो ये शेर। बहरहाल बातें बहुत अच्छी की हैं, बहुत खूबसूरत की हैं। हमेशा ही बहुत अच्छी बातें करते हैं, दानिश्वरी की करते हैं, तो अच्छी बातें करते हैं। इसी वजह से बिल्कुल चुप हो गए, सुनने का दिल भी करता है सुन रहे होते हैं कि अब ये क्या कहेंगे, क्या कहेंगे ना। ये बहुत ज़बरदस्त बात की। और वो फोकस जो उन्होंने किया वो बहुत ज़बरदस्त है कि भाई सबसे मेन चीज़ ही है कि आप अपना बस यानी कि सुकून शांति से वहाँ पे बैठे रहें। और जो आपने अभी तक यानी कि जो एकता जो आपने कायम रखी हुई है ना, बस वो मेन है कि जितने मर्जी वो आएंगे फूट डलवाने के लिए, आपको अंदर ही यानी कि कोशिश करेंगे दीमक की तरह, किसी तरह से कोई रिलीजियस तरीके से हटाने की कोशिश करेंगे, तफरका डालेंगे हर तरह से, लेकिन बस डटे रहे वहाँ पे। बहुत अच्छा मैसेज, बहुत ज़बरदस्त, हमेशा की तरह। चीज़ ये है कि अमन अमान रहे और इत्तेफाक रहे, यही एक चाहिए इस वक्त, ज़रूरत इसी चीज़ की। अल्लाह उनकी मुश्किलें आसान करे, जल्दी से वो कानून जो है वो वापस हो, बिल जो है वापस हो, और सब जो है सुख शांति से अपने घरों में जाए। तो हमारी दुआ है उनके साथ, किसानों के साथ। वैसे तो एक तो ये भी मैं जो अभी कहने लगा था कि आधे से तो पहले ही हो चुका हुआ है ये, तो बस अब जैसे कहते हैं ना कि हाथी निकल गया पूंछल रह गई है, बस वो भी इंशाल्लाह हो जाएगा। बाकी मैं ये बात ज़रूर करना चाहूँगा कि ये जो इन्होंने बात की ना कि वो जो कंगना के भाई जिक्र किया, वो उसका अपने मुफादात है। वो इस तरह के लोग इस टाइम पे, जाहिर सी बात है, एक इंटरनेशनल एक आपके पास एक मुद्दा मिला हुआ है, जो भी चाहता है, हर बंदा चाहता है कि अपने अपने किसी तरह से यानी कि उसमें नंबर टांगे और उसको यानी कि यूज़ करके हाँ उसको यानी कि करे। तो जी ये थी जी गुरप्रीत गुग्गी, बड़ा मज़ेदार हमेशा की तरह, बहुत अच्छा उन्होंने बोला, मज़ा आया। आप भी देखें और मिलते हैं अगली वीडियो में। तब तक के लिए अपना ख्याल रखें, दुआ में याद रखें। रब रखा। अल्लाह हाफ़िज़।